1962 ਦੀ ਲੜਾਈ ਤੋਂ ਬਾਅਦ ਇਹਨਾਂ 58 ਸਾਲਾਂ ਵਿੱਚ ਭਾਰਤ ਕਿੰਨਾ ਕੁਝ ਬਦਲ ਗਿਆ ਹੈ। ਭਾਰਤ ਆਤਮ ਨਿਰਭਰਤਾ ਦੀ ਇੱਕ ਨਵੇਂ ਸਫ਼ਰ ਵੱਲ ਜਾ ਰਿਹਾ ਹੈ, ਪਰ ਉਸ ਵੇਲੇ ਵੀ ਚੀਨ ਆਪਣੇ ਨਾਪਾਕ ਇਰਾਦਿਆਂ ਤੋਂ ਬਾਜ਼ ਨਹੀਂ ਆ ਰਿਹਾ। ਹਾਲ ਹੀ ਦੇ ਵਿੱਚ ਲਦਾਖ ਦੇ ਵਿੱਚ 20 ਨੌਜਵਾਨਾਂ ਦੀ ਸ਼ਹਾਦਤ ਅਤੇ ਖਾਸ ਤੌਰ ਤੇ ਉਸਨੇ ਇੱਕ ਵਾਰ ਫਿਰ ਉਜਾਗਰ ਕਰ ਦਿੱਤਾ ਹੈ ਕਿ ਚੀਨ ਸੁਧਰ ਨਹੀਂ ਸਕਦਾ ਤੇ ਇਸ ਨੂੰ ਲੈ ਕੇ ਜਿੱਥੇ ਪੂਰੇ ਭਾਰਤ ਭਰ ਦੇ ਵਿੱਚ ਚੀਨ ਪ੍ਰਤੀ ਨਫ਼ਰਤ ਹੈ, ਉਸ ਦੇ ਨਾਲ ਹੀ ਕਰੋਨਾ ਵਾਇਰਸ ਨੂੰ ਵੀ ਅਸਿੱਧੇ ਤੌਰ ਤੇ ਵੱਖ-ਵੱਖ ਮੁਲਕ ਚੀਨ ਨੂੰ ਦੋਸ਼ੀ ਠਹਿਰਾ ਰਹੇ ਹਨ। ਫਗਵਾੜਾ ਦੇ ਵਿੱਚ ਸੋਸ਼ਲ ਐਕਟਿਵਿਸਟ ਤੋਂ ਪੋਲੀਟੀਕਲ ਕੈਰੀਅਰ ਵੱਲ ਆਏ ਅਨੁਰਾਗ ਮਾਨਖੰਡ ਦੀ ਗਿਣਤੀ ਸੋਸ਼ਲ ਵਰਕਰ ਦੇ ਤੌਰ ਤੇ ਹੁੰਦੀ ਹੈ ਤੇ ਉਹਨਾਂ ਨੇ ਆਪਣੇ ਵਾਰਡ ਨੰਬਰ 21 ਵਿੱਚ ਇੱਕ ਖਾਸ ਸਭਾ ਦਾ ਆਯੋਜਨ ਕੀਤਾ, ਜਿਸ ਦਾ ਖਾਸ ਮਕਸਦ ਸੀ ਜੰਗੇ ਆਜ਼ਾਦੀ ਦੇ ਵਿੱਚ ਔਰ ਖਾਸ ਤੌਰ ਤੇ ਉਹਨਾਂ 20 ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਦੇ ਦਿੱਤੀ। ਖਾਸ ਤੌਰ ਤੇ ਇਸ ਸਭਾ ਦੇ ਵਿੱਚ ਖਾਸ ਤੌਰ ਤੇ ਇੱਕ ਗੱਲ ਸਾਹਮਣੇ ਆਈ ਕਿ ਇਸ ਵਿੱਚ ਜਿੱਥੇ ਵਾਰਡ ਨੰਬਰ 21 ਦੇ ਵੱਡੀ ਗਿਣਤੀ ਵਿੱਚ ਨੌਜਵਾਨ ਸਨ, ਉੱਥੇ ਨਾਲ ਹੀ ਵੱਖ-ਵੱਖ ਇੰਡਸਟਰੀ ਨਾਲ ਜੁੜੀਆਂ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਵੀ ਇਸ ਸਭਾ ਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਅਨੁਰਾਗ ਮਾਨਖੰਡ ਅਨੁਸਾਰ ਉਹਨਾਂ ਅਪੀਲ ਕੀਤੀ ਹੈ ਪੂਰੇ ਫਗਵਾੜਾ ਵਾਸੀਆਂ ਨੂੰ ਕਿ ਸ਼ਹੀਦਾਂ ਦੀ ਯਾਦ ਵਿੱਚ ਉਹ ਕੋਈ ਨਾ ਕੋਈ ਪੌਦਾ ਜ਼ਰੂਰ ਲਗਾਉਣ ਤਾਂ ਕਿ ਉਹਨਾਂ ਦੀ ਯਾਦ ਜੀਵਤ ਰਹਿ ਸਕੇ। ਇਸ ਦੇ ਨਾਲ ਹੀ ਇਸ ਪ੍ਰਾਰਥਨਾ ਸਭਾ ਦੀ ਖਾਸ ਗੱਲ ਇਹ ਰਹੀ ਕਿ ਇਸ ਵਿੱਚ ਚੀਨੀ ਸਮਾਨ ਦੇ ਬਾਈਕਾਟ ਦੀ ਵੀ ਗੱਲ ਕਹੀ ਗਈ ਅਤੇ ਕਿਹਾ ਗਿਆ ਕਿ ਹੁਣ ਬਹੁਤ ਜ਼ਰੂਰੀ ਹੈ ਕਿ ਇਸ ਪਾਸੇ ਵੀ ਭਾਰਤ ਵਾਸੀ ਧਿਆਨ ਦੇਣ। ਦੀ ਫਗਵਾੜਾ ਹੈਡਲਾਈਨ ਲਾਈਵ ਨੇ ਇਸ ਮੌਕੇ ਖਾਸ ਤੌਰ ਤੇ ਗੱਲਬਾਤ ਕੀਤੀ ਇੰਡਸਟਰੀਲਿਸਟ ਸੋਸ਼ਲ ਐਕਟਿਵਿਸਟ ਅਤੇ ਖਾਸ ਤੌਰ ਤੇ ਨੌਜਵਾਨਾਂ ਨਾਲ ਤੇ ਇਸ ਸ਼ਹਾਦਤ ਤੋਂ ਬਾਅਦ ਫੌਜੀਆਂ ਦੀ ਕਿਸ ਤਰ੍ਹਾਂ ਮਹਿਸੂਸ ਕਰਦੇ ਨੇ ਫਗਵਾੜਾ ਵਾਸੀ ਅਤੇ ਚੀਨ ਨੂੰ ਲੈ ਕੇ ਉਹਨਾਂ ਦਾ ਕੀ ਰੁਖ ਹੈ। ਪੇਸ਼ ਹੈ ਇਸ ਸੰਬੰਧ ਵਿੱਚ ਦੀ ਫਗਵਾੜਾ ਹੈਡਲਾਈਨ ਲਾਈਵ ਵੱਲੋਂ एक्सक्लूसिव रिपोर्ट। भारत के शहीदों की जय, भारत के शहीदों की जय, भारत माता की जय, भारत माता की जय, भारत माता की जय, भारत के शहीदों की जय, भारत माता की जय, इंकलाब जिंदाबाद, इंकलाब जिंदाबाद। ਪਿਛਲੇ ਜੇ ਲਗਭਗ 3 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਚੀਨ ਨੂੰ ਲੈ ਕੇ ਵੀ ਆਰਥਿਕ ਤੌਰ ਤੇ ਭਾਰਤ ਦੇ ਵਿੱਚ ਵੱਡਾ ਇਹ ਉੱਠਦਾ ਰਿਹਾ ਸੀ ਸਵਾਲ ਕਿ ਚੀਨ ਦੀਆਂ ਚੀਜ਼ਾਂ ਦਾ ਵਸਤਾਂ ਦਾ ਬਹਿਸ਼ਕਾਰ ਕਰੋ, ਪਰ ਅੱਜ ਦੇਖਿਆ ਜਾਵੇ ਤਾਂ ਉਸ ਵੇਲੇ ਜਦੋਂ ਕਰੋਨਾ ਵਾਇਰਸ ਦੇ ਇਸ ਯੁੱਗ ਦੇ ਵਿੱਚ ਹਰ ਕੋਈ ਆਰਥਿਕ ਤੌਰ ਤੇ ਜੋ ਪਰੇਸ਼ਾਨ ਹੈ ਔਰ ਉਸ ਪਾਸੇ ਇਸ ਮੌਕੇ ਤੇ ਚੀਨ ਵੱਲੋਂ ਜੋ ਖਾਸ ਤੌਰ ਤੇ ਇੱਕ ਵੱਡਾ ਜੰਗ ਦਾ ਸੰਕੇਤ ਦਿੱਤਾ ਹੈ, ਉਸ ਨੂੰ ਲੈ ਕੇ ਅੱਜ ਅਸੀਂ ਫਗਵਾੜਾ ਦੇ ਵਿੱਚ ਖੜੇ ਹਾਂ ਔਰ ਇੱਕ ਬਹੁਤ ਵੱਡਾ ਐਜੀਟੇਸ਼ਨ ਵਾਰਡ ਨੰਬਰ 21 ਤੋਂ ਇਹ ਲਹਿਰ ਚੱਲੀ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਪੂਰੇ ਫਗਵਾੜਾ ਦੇ ਵਿੱਚ ਇਸ ਲਹਿਰ ਨੂੰ ਅੱਗੇ ਪ੍ਰਚੰਡ ਰੂਪ ਦੇ ਵਿੱਚ ਵੀ ਖਾਸ ਤੌਰ ਤੇ ਦੇਖਣ ਨੂੰ ਮਿਲੇਗਾ। ਔਰ ਫਿਲਹਾਲ ਇਸ ਵੇਲੇ ਹਰਗੋਬਿੰਦ ਨਗਰ ਪਾਰਕ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਸੋਸ਼ਲ ਡਿਸਟੈਂਸ ਬਣਾ ਕੇ ਜਿੱਥੇ ਖਾਸ ਤੌਰ ਤੇ ਸ਼ਹੀਦਾਂ ਨੂੰ ਨਮਨ ਕੀਤਾ ਜਾ ਰਿਹਾ ਹੈ ਔਰ ਕੈਂਡਲ ਤੁਸੀਂ ਦੇਖ ਰਹੇ ਹੋ ਇਹ ਉਹਨਾਂ ਸ਼ਹੀਦਾਂ ਦੇ ਲਈ ਆ ਜੋ ਸਾਡੀ ਹਿਫਾਜ਼ਤ ਲਈ ਸਰਹੱਦਾਂ ਦੇ ਵਿੱਚ ਰਹਿੰਦੇ ਨੇ ਔਰ ਖਾਸ ਤੌਰ ਤੇ ਸ਼ਹੀਦ ਹੋਏ ਨੇ। ਇਸ ਖਾਸ ਤੌਰ ਤੇ ਜੋ ਇੱਕ ਵੱਡਾ ਸ਼ੀਤ ਲਹਿਰ ਜੋ ਇਸ ਵੇਲੇ ਚੱਲੀ ਹੋਈ ਹੈ, ਜੰਗ ਦੀ ਲਹਿਰ ਚੱਲੀ ਹੋਈ ਹੈ, ਉਸ ਨੂੰ ਲੈ ਕੇ
ਇੱਥੇ ਇਸ ਇਕੱਠ ਦੇ ਵਿੱਚ ਨੌਜਵਾਨ ਵੀ ਤੁਸੀਂ ਦੇਖ ਰਹੇ ਹੋ, ਇੰਡਸਟਰੀਲਿਸਟ ਵੀ ਨੇ, ਸੋਸ਼ਲ ਐਕਟੀਵਿਸਟ ਵੀ ਨੇ ਔਰ ਪੋਲੀਟੀਕਲ ਐਕਟੀਵਿਸਟ ਵੀ ਨੇ ਔਰ ਖਾਸ ਤੌਰ ਤੇ ਇੱਕ ਸਾਂਝਾ ਉਦਮ ਜੋ ਹੈ ਕੀਤਾ ਜਾ ਰਿਹਾ। ਕੀ ਖਾਸ ਉਹਨਾਂ ਦਾ ਮੰਨਣਾ ਹੈ ਔਰ ਕੀ ਨੌਜਵਾਨ ਚਾਹੁੰਦੇ ਨੇ ਇਸ ਜੰਗ ਨੂੰ ਲੈ ਕੇ, ਕਿਸ ਤਰ੍ਹਾਂ ਦਾ ਉਹਨਾਂ ਦੀ ਰਾਏ ਹੈ, ਉਸ ਬਾਰੇ ਵੀ ਅਸੀਂ ਸਿੱਧੀ ਗੱਲ ਜੁੜਦੇ ਹਾਂ। ਸਾਡੇ ਨਾਲ ਇੰਡਸਟਰੀਲਿਸਟ ਜੁੜੇ ਹੋਏ ਨੇ, ਲੀਡਿੰਗ ਇੰਡਸਟਰੀਲਿਸਟ ਨੇ, ਐਕਸਪੋਰਟਰ ਨੇ ਔਰ ਬਹੁਤ ਲੰਬੇ ਸਮੇਂ ਤੋਂ ਜੋ ਫਗਵਾੜਾ ਦੇ ਵਿੱਚ ਵਰਕ ਕਰ ਰਹੇ ਨੇ। ਅਸ਼ਵਨੀ ਕੋਹਲੀ ਜੀ ਸਾਡੇ ਨਾਲ ਨੇ। ਅਸ਼ਵਨੀ ਜੀ, ਖਾਸ ਮਕਸਦ ਜੋ ਅੱਜ ਇਸ ਇਕੱਠ ਦਾ, ਇੱਕ ਤਾਂ ਹੈ ਕਿ ਸ਼ਹੀਦਾਂ ਨੂੰ ਅਸੀਂ ਨਮਨ ਦੇਣਾ, ਦੂਸਰਾ ਕਾਰਨ ਕੀ ਹੈ? ਜਿਹੜਾ ਦੇਸ਼ ਦੇ ਉੱਪਰ ਅਨਐਕਸਪੈਕਟਡ ਇਹ ਜਿਹੜਾ ਦੁੱਖ ਦਾ ਦੌਰ ਆਇਆ, ਸਾਡੀ ਬਹਾਦਰ ਫੌਜ ਦੇ ਕੁਝ ਇੱਕ ਜਵਾਨਾਂ ਨੂੰ ਧੋਖੇ ਦੇ ਨਾਲ ਉਹਨਾਂ ਨੂੰ ਨੀਂਦ ਸੁਲਾ ਦਿੱਤੀ ਗਈ, ਲੰਬੀ ਨੀਂਦ ਸੁਲਾ ਦਿੱਤੀ ਗਈ। ਸਭ ਤੋਂ ਪਹਿਲਾਂ ਸ਼ਹੀਦਾਂ ਨੂੰ ਪ੍ਰਣਾਮ। ਹਿੰਦੁਸਤਾਨ ਉਹ ਨਹੀਂ ਹੈ ਜਿਹੜਾ ਕਿ 1962 ਦੇ ਵੇਲੇ ਸੀ ਜੀ। ਪਹਿਲੇ ਵਾਲੇ ਨੂੰ ਅੱਜ ਜਿਹੜੇ ਸਾਡੇ ਗੁਆਂਢੀ ਮੁਲਕ ਆ ਉਹ ਇਹ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਸ਼ਾਇਦ ਅਸੀਂ ਡਰਾ ਧਮਕਾ ਕੇ ਤੇ ਹਿੰਦੁਸਤਾਨ ਦੀ ਜਿਹੜੀ ਧਰਤੀ ਆ, ਜਿਵੇਂ ਉਹਨੂੰ ਪਹਿਲਾਂ ਅਸੀਂ ਨੁਕਸਾਨ ਪਹੁੰਚਾਇਆ ਤੇ ਫਿਰ ਪਹੁੰਚਾ ਸਕਾਂਗੇ। ਸਾਡੇ ਕੋਲ ਮੈਂ ਸੰਖੇਪ ਵਿੱਚ ਪੁੱਛਣਾ ਚਾਹੂੰਗਾ, ਇੰਡਸਟਰੀਲਿਸਟ ਹੋ, ਲੰਬੇ ਸਮੇਂ ਤੋਂ ਤੁਸੀਂ ਐਕਸਪੋਰਟ ਵੀ ਕਰਦੇ ਹੋ, ਤੁਹਾਨੂੰ ਲੱਗਦਾ ਹੈ ਕਿ ਜਿਹੜਾ 3 ਸਾਲ ਤੋਂ ਮੰਗ ਉੱਠ ਰਹੀ ਸੀ ਵੀ ਚੀਨ ਦੀਆਂ ਜਿਹੜੀਆਂ ਚੀਜ਼ਾਂ ਬਹਿਸ਼ਕਾਰ ਕਰੋ, ਸਵਦੇਸ਼ੀ ਜਿਹੜਾ ਸਾਡਾ ਇੰਡੀਆ ਦਾ ਹੈਗਾ ਵਪਾਰ ਉਸ ਨੂੰ ਕੀਤਾ ਜਾਵੇ, ਤੁਹਾਨੂੰ ਲੱਗਦਾ ਵੀ ਹੁਣ ਇਹ ਸਹੀ ਸਮਾਂ ਆ ਗਿਆ? ਦੇਖੋ, ਸਮਾਂ ਤਾਂ ਪਹਿਲਾਂ ਵੀ ਆ ਚੁੱਕਾ ਸੀਗਾ। ਜਿਸ ਵਕਤ 1900 ਤਕਰੀਬਨ 95-96 'ਚ ਇਹ ਕੰਮ ਚੱਲਿਆ ਕਿ ਦੇਸ਼ ਦੇ ਵਿੱਚੋਂ ਜਿਹੜੀ ਛੋਟੀ ਇੰਡਸਟਰੀ ਆ ਉਹ ਖਤਮ ਹੋਣੀ ਸ਼ੁਰੂ ਹੋਈ, ਅਸਾਂ ਸਰਕਾਰ ਨੂੰ ਉਦੋਂ ਵੀ ਬੜੀ ਬੇਨਤੀ ਕੀਤੀ ਸੀ ਕਿ ਸਮਾਲ ਸਕੇਲ ਇੰਡਸਟਰੀ ਨੂੰ ਚੱਲਦੇ ਰਹਿਣ ਦਿਓ, ਤੁਸੀਂ ਜ਼ਿਆਦਾ ਇੰਪੋਰਟ ਖੋਲ ਦਿੱਤੀ ਹੈ, ਇਹਦੇ ਨਾਲ ਨੁਕਸਾਨ ਹੋਏਗਾ, ਜਿਸ ਦਾ ਅੱਜ ਜਿਹੜਾ ਸਾਨੂੰ ਖਮਿਆਜਾ ਭੁਗਤਣਾ ਪੈ ਰਿਹਾ। ਜੋ ਛੋਟੇ ਯੂਨਿਟ ਸੀਗੇ, ਕੋਈ ਉਹਨਾਂ ਨੇ ਦੁਕਾਨਾਂ ਖੋਲ ਲਈਆਂ, ਕੋਈ ਬਾਹਰ ਚਲੇ ਗਏ, ਕੁਝ ਕਿਸ ਤਰ੍ਹਾਂ ਹੋ ਗਿਆ, ਨੁਕਸਾਨ ਦੇਸ਼ ਦਾ ਹੋਇਆ। ਅਗਰ ਉਸ ਵੇਲੇ ਨਾ ਹੁੰਦਾ ਤੇ ਅੱਜ ਇਹ ਨਹੀਂ ਦੇਖਣਾ ਪੈਂਦਾ। ਲੇਕਿਨ ਹੁਣ ਜਿਹੜਾ ਇਸ ਵੇਲੇ ਮੌਕਾ ਹੋ ਗਿਆ, ਇਹ ਗਲਤ ਹੋਇਆ, ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ। ਜੇ ਅਸੀਂ ਕਹਾਂਗੇ ਕਿ ਵੀ ਅੱਜ ਇੱਕ ਦੂਜੇ ਤੋਂ ਬਗੈਰ ਸੰਸਾਰ ਚੱਲ ਸਕੇਗਾ, ਇਹ ਸ਼ਾਰਾ ਮੁਸ਼ਕਲ ਹੈ। ਲੇਕਿਨ ਸਾਨੂੰ ਜਿੱਥੇ ਪ੍ਰਧਾਨ ਮੰਤਰੀ ਨੇ ਕਿਹਾ ਅਸੀਂ ਆਪਣਾ ਆਤਮ ਨਿਰਭਰ ਬਣੀਏ, ਜਿੱਥੇ ਤੱਕ ਹੋ ਸਕੇ ਸਾਨੂੰ ਕੋਸ਼ਿਸ਼ ਕਰਨੀ ਡਿਪਾਰਟਮੈਂਟਾਂ ਨੂੰ ਸੰਕੇਤ ਦਿੱਤਾ ਸਰਕਾਰ ਨੇ ਕਿ ਚਾਈਨਾ ਦੇ ਇਕਵਿਪਮੈਂਟ ਤੁਸੀਂ ਨਾ ਲਓ, ਖਾਸ ਤੌਰ ਤੇ ਇੱਕ ਤੁਹਾਨੂੰ ਲੱਗਦਾ ਕਿ ਇਨਡਾਇਰੈਕਟਲੀ ਇੱਕ ਰਾਹ ਹੈਗਾ ਆਉਣ ਵਾਲੇ ਸਮੇਂ ਦੇ? ਦੇਖੋ, ਇਸ ਤਰ੍ਹਾਂ ਹੈ, ਜਿਹੜੀ ਚੀਜ਼ ਦੇਸ਼ ਦੇ ਵਿੱਚ ਬਣ ਰਹੀ ਆ, ਸਰਕਾਰ ਨੂੰ ਚਾਹੀਦਾ ਕਿ ਉਹਦੀ ਇੰਪੋਰਟ ਡਿਊਟੀ ਵਧਾ ਦੇਵੇ, ਉਸ ਦੇ ਉੱਤੇ ਹੋਰ ਟੈਕਸ ਲਗਾ ਦਿੱਤੇ ਜਾਣ, ਤਾਂ ਕਿ ਦੇਸ਼ ਦੀ ਜਿਹੜੀ ਇੰਡਸਟਰੀ ਹੈ ਦੇਸ਼ ਦੇ ਅੰਦਰ ਹੈ ਜਾਂ ਦੂਸਰੇ ਦੇਸ਼ਾਂ ਤੋਂ ਆ ਕੇ ਇੱਥੇ ਲੱਗ ਰਹੀ ਹੈ, ਉਸ ਨੂੰ ਉਤਸ਼ਾਹ ਮਿਲੇ। ਤੇ ਚਾਈਨਾ ਤੋਂ ਜਿਹੜੀ ਬੇਤਹਾਸ਼ਾ ਇੰਪੋਰਟ ਹੋ ਰਹੀ ਹੈ, ਸਾਨੂੰ ਖੁਦ ਵੀ ਉਸ ਨੂੰ ਘਟਾਉਣਾ ਚਾਹੀਦਾ। ਸਾਰੇ ਸਿਟੀਜ਼ਨ ਨੂੰ ਚਾਹੀਦਾ ਕਿ ਜਿਹੜੀਆਂ ਚਾਈਨਾ ਦੇ ਪ੍ਰੋਡਕਟ ਅਸੀਂ ਬਣੇ ਹੋਏ ਯੂਜ਼ ਕਰਦੇ ਹਾਂ ਰੋਜ਼ ਆਪਣੇ ਘਰ ਦੇ ਵਿੱਚ, ਮੋਬਾਈਲ ਸ਼ੋਬਾਈਲ ਜੋ ਜਿੰਨਾ ਆਪਣੇ ਕੰਟਰੀ 'ਚ ਹੋ ਸਕਦਾ ਹੈ ਉਹਦੀ ਵਰਤੋਂ ਕਰੀਏ। ਪਰਮਾਤਮਾ ਕਰੇ ਕਿ ਇਹ ਜਿਹੜਾ ਦੁੱਖ ਦਾ ਵਕਤ ਆਇਆ ਇਹ ਟਲ ਜਾਵੇ, ਤਾਂ ਕਿ ਸੰਸਾਰ ਦੇ ਵਿੱਚ ਸ਼ਾਂਤੀ ਬਣੀ ਰਹੇ। ਲੇਕਿਨ ਅੱਜ ਜ਼ਰੂਰਤ ਇਹੀ ਆ ਗਈ ਹੈ ਕਿ ਆਪਣੇ ਵਪਾਰ ਨੂੰ ਅਸੀਂ ਸੰਭਾਲੀਏ। ਅਗਰ ਵਪਾਰ ਸੰਭਲਿਆ ਰਹੇਗਾ ਤੇ ਪੈਰਾਂ ਤੇ ਖੜੇ ਰਵਾਂਗੇ ਤੇ ਸਾਰਿਆਂ ਨੂੰ ਰੋਟੀ ਰੋਜ਼ੀ ਮਿਲਦੀ ਰਹੇਗੀ। ਖਾਸ ਕਰ ਜਦੋਂ ਚੀਨ ਨੇ ਸਾਰਿਆਂ ਦੇ ਨਾਲ ਧੋਖਾ ਕੀਤਾ, ਹੁਣੇ ਉਹਨੇ ਕਰੋਨਾ ਵਾਇਰਸ ਫੈਲਾ ਕੇ ਸਾਰੀ ਦੁਨੀਆ ਤੋਂ ਆਪਣੇ ਆਪ ਨੂੰ ਅੱਡ ਕਰਕੇ ਤੇ ਇੱਕ ਤੀਜੀ ਸਾਕਰ ਬਣਨ ਦੀ ਕੋਸ਼ਿਸ਼ ਕੀਤੀ। ਇਦਾਂ ਨਹੀਂ ਹੁੰਦਾ। ਹਿੰਦੁਸਤਾਨ ਦੀ ਜਿਹੜੀ ਤਾਕਤ ਆ, ਚੀਨ ਨੇ ਉਹਨੂੰ ਬੜਾ ਘੱਟ ਅੰਕਣ ਦੀ ਕੋਸ਼ਿਸ਼ ਕੀਤੀ ਹੈ। ਚੀਨ ਨੂੰ ਸਮਝਣਾ ਚਾਹੀਦਾ ਕਿ ਹਿੰਦੁਸਤਾਨ ਦਾ ਇੱਕ ਇੱਕ ਜਵਾਨ ਉਹਦੇ 20 ਜਵਾਨਾਂ ਦੇ ਉੱਪਰ ਭਾਰੀ ਪੈਂਦਾ। ਰਜੇਸ਼ ਬਾਘਾ ਜੀ ਸਾਡੇ ਨਾਲ ਨੇ, ਪੋਲੀਟੀਕਲ ਲੀਡਰ ਨੇ, ਭਾਜਪਾ ਦੇ ਸੀਨੀਅਰ ਆਗੂ ਨੇ ਪੰਜਾਬ ਦੇ। ਬਾਘਾ ਸਾਹਿਬ, ਤੁਹਾਨੂੰ ਲੱਗਦਾ ਕਿ ਸਹੀ ਵਕਤ ਸੀ ਇਹ ਇੱਕ ਵਕਤ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਇਹ ਅਨੁਰੂਪ ਨਹੀਂ ਸੀ ਉਸ ਵੇਲੇ ਜਦੋਂ ਪੂਰਾ ਵਿਸ਼ਵ ਜਿਹੜਾ ਇਸ ਵੇਲੇ ਆਰਥਿਕਤਾ ਨਾਲ ਜੂਝ ਰਿਹਾ, ਕਰੋਨਾ ਵਾਇਰਸ ਨਾਲ ਜੂਝ ਰਿਹਾ, ਉਸ ਵੇਲੇ ਚਾਈਨਾ ਵੱਲੋਂ ਜਿਹੜੀ ਇਹ ਲਾਈਨਸ ਹੈਗੀ ਆ, ਸਾਡੀ ਗਾਈਡਲਾਈਨ ਆ, ਉਹਨੂੰ ਅਣਦੇਖਾ ਕਰਕੇ ਜਿਹੜਾ ਇਹ ਐਕਸ਼ਨ ਆ, ਕੀ ਤੁਹਾਨੂੰ ਲੱਗਦਾ? ਇਹ ਅਸਲ ਵਿੱਚ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਵੀ ਚਾਈਨਾ ਨੇ ਇਸ ਦੁੱਖ ਦੀ ਘੜੀ 'ਚ ਜਿੱਥੇ ਉਹਨਾਂ ਨੇ ਪੂਰੇ ਵਿਸ਼ਵ ਨੂੰ ਘੇਰੇ 'ਚ ਪਾ ਲਿਆ, ਉੱਥੇ ਸਾਡੇ ਦੇਸ਼ ਤੇ ਹਮਲਾ ਕਰਨਾ, ਸਾਡੇ ਫੌਜੀਆਂ ਨੂੰ ਸ਼ਹੀਦ ਕਰਨਾ, ਇਹ ਆਮ ਨਾਗਰਿਕਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ। ਪਰੰਤੂ ਜਿੱਦਣ ਦਾ ਪ੍ਰਧਾਨ ਮੰਤਰੀ ਜੀ ਨੇ ਬਿਆਨ ਦਿੱਤਾ ਸੀ ਆਤਮ ਨਿਰਭਰ ਭਾਰਤ ਜੀ, ਉਦਣ ਦੇ ਲੋਕ ਬਹੁਤ ਖੁਸ਼ ਸੀ। ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਆਪਣੇ ਦੇਸ਼ ਦੀ ਚੀਜ਼ਾਂ ਖਰੀਦੀਏ। ਤੁਹਾਨੂੰ ਲੱਗਦਾ ਇਹ ਵੀ ਰਿਐਕਸ਼ਨ ਆਪਾਂ ਮੰਨ ਸਕਦੇ ਹਾਂ ਕਿਉਂਕਿ ਪ੍ਰਧਾਨ ਮੰਤਰੀ ਜੀ ਸ਼ੁਰੂ ਤੋਂ ਜ਼ੋਰ ਦੇ ਰਹੇ ਔਰ ਜਦੋਂ 20 ਲੱਖ ਹਜ਼ਾਰ ਕਰੋੜ ਦਾ ਪੈਕੇਜ ਵੀ ਦਿੱਤਾ, ਉਹਨਾਂ ਨੇ ਆਤਮ ਨਿਰਭਰ ਬਣਾਉਣ ਲਈ ਕਿਹਾ ਕਿਉਂਕਿ ਚਾਈਨਾ ਦੀ ਬਹੁਤ ਵੱਡੀ ਮੰਡੀ ਆਏ।
ਤੁਹਾਨੂੰ ਲੱਗਦਾ ਹੈ ਉਹਦੇ ਨਾਲ ਉਹਨੂੰ ਪਰੇਸ਼ਾਨੀ ਹੋਈ? ਚਾਈਨਾ ਦਾ ਸ਼ੁਰੂਆਤ ਤੋਂ ਹੀ ਉਹ ਹਿੰਦੀ ਚੀਨੀ ਭਾਈ ਕਰਕੇ ਸਾਨੂੰ ਪਹਿਲਾਂ ਵੀ ਧੋਖਾ ਦੇ ਚੁੱਕੇ ਆ। ਉਹ ਅਕਸਰ ਉਹਨਾਂ ਦੀ ਇਹ ਹਮੇਸ਼ਾ ਹੀ ਰਿਹਾ ਵੀ ਉਹ ਕਹਿੰਦੇ ਕੁਛ ਆ ਤੇ ਕਰਦੇ ਕੁਛ ਆ। ਇਸ ਵਾਸਤੇ ਉਹਨਾਂ ਦੀ ਕਿਸੇ ਗੱਲ ਤੇ ਵੀ ਆਪਾਂ ਯਕੀਨ ਨਹੀਂ ਕਰ ਸਕਦੇ। ਉਹਨਾਂ ਨੂੰ ਕੋਈ ਨਾ ਕੋਈ ਤਾਂ ਚਾਲ ਪਿੱਛੇ ਹੁੰਦੀ ਆ, ਇਹ ਵੀ ਚਾਲ ਹੋ ਸਕਦੀ, ਬਹੁਤ ਸਾਰੀਆਂ ਚਾਲਾਂ ਹੈ, ਕਿਉਂਕਿ ਇਸ ਵੇਲੇ ਬਹੁਤ ਸਾਰੀ ਵਿਦੇਸ਼ੀ ਇੰਡਸਟਰੀ ਜਿਹੜੀ ਆ ਉਹ ਸਾਡੇ ਦੇਸ਼ ਵੱਲ ਆ ਰਹੀ ਆ। ਮੈਨੂੰ ਲੱਗਦਾ ਕਈ ਕਾਰਨ ਆ ਇਹਦੇ ਵਿੱਚ, ਇੰਟਰਨੈਸ਼ਨਲ ਦੇਖਿਆ ਜਾਵੇ ਉਹ ਕਈ ਕਾਰਨ ਹੋ ਸਕਦੇ, ਪਰੰਤੂ ਇਦਾਂ ਦੀ ਘਟਨਾ ਕਰਨੀ, ਸਾਡੇ ਜਿਹੜੇ ਫੌਜੀ ਸ਼ਹੀਦ ਕਰਨੇ, ਖਾਸ ਕਰਕੇ ਉਹ 'ਚੋਂ 20 ਚੋਂ 4 ਤੇ ਸਾਡੇ ਪੰਜਾਬੀ ਆ ਭਰਾ ਸਾਡੇ, ਇਹ ਸਾਰਿਆਂ ਨੂੰ ਦੁੱਖ ਲੱਗਾ। ਅੱਜ ਸਾਰੇ ਅਸੀਂ ਫਗਵਾੜੇ ਦੇ 24 ਨੰਬਰ ਵਾਰਡ 'ਚ ਇਕੱਠੇ ਹੋ ਕੇ ਅਸੀਂ ਸ਼ਰਧਾ ਸੁਮਨ ਭੇਟ ਕੀਤਾ। ਜਿਹੜਾ ਹਰਗੋਬਿੰਦ ਨਗਰ ਸਾਡੇ ਕੌਂਸਲਰ ਸਾਹਿਬ ਵੀ ਇੱਥੇ ਆ, ਬਾਕੀ ਮੋਹਤਬਾਰ ਇਲਾਕੇ ਦੇ ਇੰਡਸਟਰੀ ਜਿੰਨੇ ਵੀ ਜੁੜੇ ਆ, ਸਮਾਜ ਸੇਵਕ ਸਾਰੇ ਇਕੱਠੇ ਅਸੀਂ ਸਾਰਿਆਂ ਨੇ ਅੱਜ ਮੈਸੇਜ ਦਿੱਤਾ ਵੀ ਇੱਥੇ ਬੱਚੇ, ਬਜ਼ੁਰਗ, ਨੌਜਵਾਨ ਸਾਰੇ ਦੇਸ਼ ਦੇ ਨਾਲ ਆ, ਤੇ ਇਹ ਮੈਸੇਜ ਅਸੀਂ ਪੂਰੇ ਫਗਵਾੜੇ 'ਚ ਵੀ, ਪੂਰੇ ਪੰਜਾਬ 'ਚ ਵੀ, ਪੂਰੇ ਦੇਸ਼ 'ਚ ਦੇਵਾਂਗੇ ਕਿ ਅੱਜ ਜ਼ਰੂਰਤ ਆ ਕਿ ਆਪਣੇ ਦੇਸ਼ ਦਾ ਸਮਾਨ ਖਰੀਦੋ। ਸਹਿਦੇਵ ਚੌਹਾਨ ਸਾਡੇ ਨਾਲ ਨੇ, ਸੋਸ਼ਲ ਵਰਕਰ ਨੇ ਔਰ ਖਾਸ ਤੌਰ ਤੇ ਲੰਬੇ ਸਮੇਂ ਤੋਂ ਫਗਵਾੜਾ ਦੀ ਇੰਡਸਟਰੀ ਨਾਲ ਵੀ ਜੁੜੇ ਰਹੇ ਨੇ, ਸ਼ਾਇਰ ਵੀ ਨੇ, ਬਹੁਤ ਵਧੀਆ ਖੂਬਸੂਰਤ ਉਹਨਾਂ ਕੋਲ ਸੁਣਦੇ ਆ, ਬਹੁਤ ਸਾਰੇ ਅਲਫਾਜ਼ ਵੀ ਹੋਣਗੇ ਖਾਸ ਤੌਰ ਤੇ। ਜੀ ਚੌਹਾਨ ਸਾਹਿਬ, ਲੰਬੇ ਸਮੇਂ ਤੋਂ ਤੁਸੀਂ ਉਦਯੋਗ ਨਾਲ ਜੁੜੇ ਹੋਏ ਹੋ, ਜੋ ਇੱਕ ਖਾਸ ਮੁੱਦਾ ਇਸ ਵੇਲੇ ਆ ਰਿਹਾ ਕਿ ਬਹਿਸ਼ਕਾਰ ਕਰੋ ਚਾਈਨਾ ਦੇ ਸਮਾਨ ਦਾ, ਕੀ ਤੁਹਾਨੂੰ ਲੱਗਦਾ ਕਿ ਇਹ ਕਿੰਨਾ ਕੁ ਸਹੀ ਹੈ ਇਸ ਵੇਲੇ? ਇਹ ਬਿਲਕੁਲ ਬਹਿਸ਼ਕਾਰ ਕਰਨਾ ਚਾਹੀਦਾ ਸਾਨੂੰ। ਆਪਣੇ ਆਤਮ ਨਿਰਭਰ ਸਾਡੇ ਜਿੱਦਾਂ ਮੋਦੀ ਸਾਹਿਬ ਨੇ ਕਿਹਾ ਆ ਜੀ ਕਿ ਸਾਡੇ ਆਪਣੇ ਦੇਸ਼ ਨੂੰ ਆਤਮ ਨਿਰਭਰ ਬਣਨਾ ਚਾਹੀਦਾ, ਔਰ ਇਸ ਦੇ ਵਿੱਚ ਮੋਦੀ ਸਾਹਿਬ ਨੂੰ ਵੀ ਆਪਣੇ ਦੇਸ਼ ਲਈ ਆਤਮ ਨਿਰਭਰ ਕਰਨ ਲਈ ਉਹਨਾਂ ਨੂੰ ਪੂਰਾ ਸਹਿਯੋਗ ਗਵਰਨਮੈਂਟ ਵੀ ਪੂਰਾ ਦੇਣਾ ਚਾਹੀਦਾ, ਤਾਂ ਕਿ ਲੋਕ ਸਾਰੇ ਆਤਮ ਨਿਰਭਰ ਬਣਨ। ਜੋ ਚਾਈਨਾ ਨੇ ਕੀਤਾ ਆ, ਜੋ ਅੱਗੇ ਥੋੜਾ ਥੋੜਾ ਕਰਕੇ ਹਮੇਸ਼ਾ ਹੀ ਵਾਧਾ ਰਹਿੰਦਾ ਆ, ਐਤਕਾ ਵੀ ਉਹਨੇ ਉਹੀ ਗਲਤੀ ਕੀਤੀ ਆ, ਲੇਕਿਨ ਉਹਨੂੰ ਹੁਣ ਗਲਤੀ ਭੁਗਤਣੀ ਪਈ ਆ, ਕਿਉਂਕਿ ਉਹਨੇ ਕਾਫੀ ਜ਼ਿਆਦਾ ਉਹਦਾ ਵੀ ਨੁਕਸਾਨ ਹੋ ਰਿਹਾ ਆ। ਅਸੀਂ ਚਾਹੁੰਦੇ ਦੂਸਰਾ ਕਰੋਨਾ ਵਾਇਰਸ ਦੇ ਟਾਈਮ ਉਹਨੇ ਇਸ ਤਰ੍ਹਾਂ ਦੀ, ਕਿਉਂਕਿ ਚਾਲ ਚੱਲਦਾ ਆ, ਉਹ ਥੋੜੀ ਜਗ੍ਹਾ ਕਰਕੇ ਆਪ ਸੰਭਾਲਣ ਦੀ ਕੋਸ਼ਿਸ਼ ਕਰਦਾ ਆ। ਗਵਰਨਮੈਂਟ ਨੂੰ ਵੀ ਚਾਹੀਦਾ ਆ, ਕਿਉਂਕਿ ਉਹ ਡਰਾਉਂਦਾ ਆ, ਕਹਿੰਦੇ ਆ ਡਰ ਕੇ ਸਿਰ ਪਰ ਪੈਰ ਰੱਖ, आगे बढ़, डर से मत डर, तू आगे बढ़। डर का कोई बावजूद नहीं, कोई मजहब नहीं, इससे आगे बढ़। डर के सिर पर रख, आगे बढ़, डर से मत डर। डर को तू दड़ा, इसे भगा, इससे मत डर। डर को तू दड़ा, इसे भगा, इससे मत। डर के सिर पर पैर रख, आगे बढ़, डर से मत डर। ਔਰ ਖਾਸ ਤੌਰ ਤੇ ਇਹ ਮੰਤਰ ਦਿੱਤਾ ਹੈ ਸਹਿਦੇਵ ਚੌਹਾਨ ਜੀ ਨੇ। ਉਹਨਾਂ ਨੇ ਕਿਹਾ ਕਿ ਡਰ ਦੇ ਅੱਗੇ ਵੀ ਜਿੱਤ ਹੈ। ਅਨੁਰਾਗ ਮਾਨਖੰਡ ਵੀ ਸਾਡੇ ਨਾਲ ਜੁੜੇ ਹੋਏ ਨੇ, ਪੋਲੀਟੀਕਲ ਵੀ ਨੇ ਔਰ ਉਸ ਤੋਂ ਇਲਾਵਾ ਸੋਸ਼ਲ ਐਕਟੀਵਿਸਟ ਨੇ। ਅੱਜ ਕੀ ਜੋ ਸ਼ਹੀਦ ਹੋਏ ਆ 20, ਜਿਨ੍ਹਾਂ ਵਿੱਚ 4 ਸਾਡੇ ਪੰਜਾਬੀ ਵੀ ਆ, ਕੀ ਕਹਿਣਾ ਚਾਹੋਗੇ? ਅੱਜ ਨੌਜਵਾਨ ਵੀ ਆ, ਬਹੁਤ ਸਾਰੇ ਇੱਥੇ ਮੈਂ ਲੋਕ ਦੇਖ ਰਿਹਾ, ਉਹਨਾਂ ਦੇ ਅੰਦਰ ਜਜ਼ਬਾ ਹੈ ਖਾਸ ਤੌਰ ਤੇ ਸ਼ਹਾਦਤ ਨੂੰ ਲੈ ਕੇ। ਭਾਜੀ ਬਹੁਤ ਦਰਦ ਭਰੀ ਗੱਲ ਹੈ। ਕੁਝ ਪੰਕਤੀਆਂ ਮੈਂ ਲਿਖੀਆਂ ਸੀਗੀਆਂ ਸ਼ਹੀਦਾਂ ਦੇ ਉੱਤੇ ਵੀ ਜਦੋਂ ਕਸ਼ਮੀਰ ਤੇ ਅਟੈਕ ਹੋਇਆ ਸੀ, ਪਰ ਮੈਂ ਚਾਹੁੰਦਾ ਕਿ ਤੁਹਾਡੇ ਮਾਧਿਅਮ ਨਾਲ ਕਹਿੰਦੇ ਕਿ आखिरी बात क्या कही होगी, आखिरी बात क्या कही होगी, सरहद पर जाते हुए फौजी की माँ भी तो रोई होगी। बहुत अच्छे। जिंदगी किसको प्यारी नहीं होती, जिंदगी से किसको प्यार नहीं होता, पर जब बात बन आती होगी हम फौजियों के नाम पर गर्व करती है माँ भारती। मैं शहीद हुआ तो ज़रा सोचो माँ भारती पर भी कैसी विपदा आई होगी। तो मतलब मैं सिंपल इन्ना मैसेज देना चाहता भाजी, ਅਸੀਂ ਕਿਸੇ ਚੀਜ਼ ਤੋਂ ਘੱਟ ਨਹੀਂ ਹੈਗੇ। ਵੀ ਆਰ ਵੈਰੀ ਸਟਰੋਂਗ। ਸਾਡੀ ਆਰਮੀ ਬਹੁਤ ਸਟਰੋਂਗ ਹੈ ਅਤੇ ਸਾਡੀ ਆਰਮੀ ਨੂੰ ਤਜਰਬਾ ਵੀ ਹੈ, ਕਿਉਂਕਿ ਅਸੀਂ ਦੇਖਦੇ ਰਹਿੰਦੇ ਕਦੀ ਪਾਕਿਸਤਾਨ, ਕਦੀ ਚਾਈਨਾ। ਐਂਡ ਸਿੰਪਲ ਮੈਂ ਮੈਸੇਜ ਇਹ ਦੇਣਾ ਚਾਹਾਂਗਾ ਕਿ ਅਸੀਂ ਜਿਹੜੇ ਸਾਡੇ ਸ਼ਹੀਦ ਹੋਏ ਨੇ, ਮੀਡੀਆ ਦੇ ਰਾਹੀਂ ਫਗਵਾੜਾ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ, ਸੂਬੇ ਦੇ ਜਿੰਨੇ ਰਹਿਣ ਵਾਲੇ ਆ, ਕਿ ਸਾਡੀ ਜਿਹੜੀ ਕੰਟਰੀਬਿਊਸ਼ਨ ਹੈ ਉਹਨਾਂ ਦੀ ਸ਼ਹਾਦਤ ਦੇ ਪ੍ਰਤੀ ਉਹ ਇਹੀ ਹੈ ਕਿ ਜਿੰਨਾ ਜ਼ਿਆਦਾ ਅਸੀਂ ਮੈਕਸਿਮਮ ਚਾਈਨੀਜ਼ ਪ੍ਰੋਡਕਟ ਦਾ ਬਾਈਕਾਟ ਕਰ ਸਕਦੇ ਹਾਂ, ਵੀ ਸ਼ੁੱਡ ਡੂ ਦੈਟ। ਸਾਨੂੰ ਉਸ ਮੁਹਿੰਮ ਨੂੰ ਝੰਡਾ ਫੜ ਕੇ ਅੱਗੇ ਹੋ ਕੇ ਦੇਸ਼ ਦੇ ਲਈ, ਦੇਸ਼ ਦੇ ਫੌਜੀਆਂ ਲਈ, ਸ਼ਹੀਦਾਂ ਲਈ ਆਉਣਾ ਪੈਣਾ, ਉਹਨਾਂ ਪਰਿਵਾਰਾਂ ਲਈ ਆਉਣਾ ਪੈਣਾ। ਕਿਉਂਕਿ ਕੋਈ ਫਰਕ ਨਹੀਂ ਪੈਂਦਾ ਜੇ 2 ਰੁਪਏ ਮਹਿੰਗੀ ਵੀ ਚੀਜ਼ ਮਿਲ ਜਾਵੇ, ਕੋਈ ਫਰਕ ਨਹੀਂ ਪੈਂਦਾ। ਪਰ ਜਦੋਂ ਅਸੀਂ ਪ੍ਰਧਾਨ ਮੰਤਰੀ ਦੀ ਜਿਹੜੀ ਉਹਨਾਂ ਨੇ ਮੁਹਿੰਮ ਆਤਮ ਨਿਰਭਰ ਭਾਰਤ ਦੀ ਸ਼ੁਰੂ ਕੀਤੀ ਹੈ, ਆਹਵਾਨ ਕੀਤਾ ਦੇਸ਼ ਵਾਸੀਆਂ ਨੂੰ ਕਿ ਕਰੋਨਾ ਦਾ ਜਿਹੜਾ ਟਾਈਮ ਚੱਲ ਰਿਹਾ, ਜਿਹੜੀ ਕਿ ਉਹ ਵੀ ਚਾਈਨਾ ਦੀ ਦੇਣ ਹੈ। ਜਿੰਨੇ ਅੱਜ ਤੱਕ ਖਤਰਨਾਕ ਵਾਇਰਸ ਹੈ, ਉਹ ਜਿੰਨੇ ਵੀ ਟਰੈਵਲ ਹੋ ਕੇ ਉਹ ਚਾਈਨਾ ਤੋਂ ਹੋ ਕੇ ਆਏ ਆ। ਅਤੇ ਕਰੋਨਾ ਇੱਕ ਜਿਹੜਾ ਸਾਰਾ ਵਿਸ਼ਵ ਹੀ ਜੂਝ ਰਿਹਾ ਹੈ, ਇਸ ਦੌਰਾਨ ਦੇਸ਼ ਦਾ ਜਿਹੜਾ ਸਾਰੇ ਨਾਗਰਿਕ ਆ ਉਹ ਛੋਟੇ ਛੋਟੇ ਰੋਜ਼ਗਾਰਾਂ ਨੂੰ ਪੈਦਾ ਕਰਨ, ਇੰਡਸਟਰੀ ਨੂੰ ਡਿਵੈਲਪ ਕਰਨ।
ਜਿਹਦੇ ਵਿੱਚ ਸਾਨੂੰ ਦੂਜੇ ਮੁਲਕਾਂ ਤੇ ਡਿਪੈਂਡ ਹੋਣਾ ਨਾ ਪਵੇ। ਤੇ ਮੈਂ ਇੱਕ ਹੋਰ ਚੀਜ਼ ਭਾਜੀ, ਅਸੀਂ ਕੱਲ ਉਪਰਾਲਾ ਸ਼ੁਰੂ ਕੀਤਾ ਸੀਗਾ ਕਿ ਅਸੀਂ ਆਪਣੇ ਏਰੀਆ ਦੇ ਅੰਦਰ ਭਗਵਾਨ ਪਰਸ਼ੂਰਾਮ ਪਾਰਕ ਦੇ ਵਿੱਚ ਟਰੀ ਪਲਾਂਟੇਸ਼ਨ ਕੀਤੀ ਹੈ, ਜਿਹੜਾ ਆਕਸੀਜਨ ਵਾਲੇ ਪੇੜ ਨੇ ਅਸੀਂ ਉਹ ਪਲਾਂਟ ਕੀਤੇ ਨੇ, ਤੇ ਉਹਦੇ ਵਿੱਚ ਅਸੀਂ ਸ਼ਹੀਦਾਂ ਦੇ ਨਾਂ ਤੇ ਕੀਤੇ। ਤੇ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਤੁਸੀਂ ਜਿੱਥੇ ਵੀ ਰਹਿੰਦੇ ਹੋ ਆਪਣੇ ਆਪਣੇ ਏਰੀਆ ਦੇ ਵਿੱਚ ਸ਼ਹੀਦਾਂ ਨੂੰ ਯਾਦ ਕਰਨ ਦਾ ਇਸ ਤੋਂ ਬਿਹਤਰ ਕੋਈ ਤਰੀਕਾ ਨਹੀਂ, ਤੁਸੀਂ ਪੇੜ ਜ਼ਰੂਰ ਪਲਾਂਟ ਕਰੋ। ਜੈ ਹਿੰਦ, ਜੈ ਭਾਰਤ। 62 ਤੋਂ ਲੈ ਕੇ 2020 ਤੱਕ ਇਹਨਾਂ 58 ਸਾਲਾਂ ਵਿੱਚ ਭਾਰਤ ਆਤਮ ਨਿਰਭਰ ਵੀ ਹੋਇਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਦੀਆਂ ਬਹੁਤ ਵੱਡੀਆਂ ਪ੍ਰਬਲ ਸੰਭਾਵਨਾ ਵੀ ਹੈ। ਉਸ ਵੇਲੇ ਵਾਰਡ ਨੰਬਰ 21 ਤੋਂ ਜੋ ਇਹ ਮੁਹਿੰਮ ਸ਼ੁਰੂ ਹੋਈ ਹੈ, ਆਸ ਹੈ ਕਿ ਫਗਵਾੜਾ ਦੇ ਬਾਕੀ ਜਗ੍ਹਾ ਔਰ ਪੰਜਾਬ ਦੇ ਵਿੱਚ ਵੀ ਇਸ ਮੁਹਿੰਮ ਨੂੰ ਹੋਰ ਪ੍ਰਚੰਡ ਰੂਪ ਜੋ ਹੈ ਉਹ ਆਉਣ ਵਾਲੇ ਸਮੇਂ ਵਿੱਚ ਦੇਖਣ ਨੂੰ ਮਿਲੇਗਾ। ਦੀ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ।